सतनाम करता पुरख निर्भव निर्वैर अकाल मूरत आजुनी सैभं गुर प्रसाद जप आद सच जुगाद सच है भी सच नानक होसी भी सच जूयुप जूसु बिन सहाय परो आड के काल नानक हर गुण गाई ली छाड़ सगल जंजाल तुझै सुझंता कछु नाहे पहरावा देख ऊब जाओ तुझै सुझंता कछु नाहे पहरावा देख ऊब जाओ गर्भवती का नाही ठाऊं तेरी गर्दनी ऊपर लवई काव तू काई गर्व है बावली जैसी भादों खूंबराड़ तू तिस्ती खरी उतावली राव जैसी कुरंक नहीं पायु पीद तन सुगंध ढूंढई परदी आप तन काजू कर विचार तिस नहीं जम कंकर करी खुआर उतर कलतर का करी अहंकार ठाकुर लीखा मंगण हार पीड़ी का दुख सह जीव पाछै किसह पुकारें पियू पियू साधु की दुली ऊटा तेरे मिट है पाव सब कूट कूट कह रविदास जू जप नाम तिस जात न जन न जोन काम कह रविदास जू जप नाम तिस जात न जन्म न जोन काम। परम सन्मानयोग ਸਾਹਿਬ ਦੇ ਚਰਨਾਂ ਵਿੱਚ ਵਿਰਾਜਮਾਨ ਸਾਹਿਬ ਦੀ ਸਾਜੀ ਤੇ ਨਿਵਾਜੀ ਆਦਰਣੀ ਸਤਿਕਾਰਯੋਗ ਸਾਧ ਸੰਗਤ ਜੀ ਤਨ ਭਾਗੀ ਹੋ ਸਵਾਸਾਂ ਰੂਪੀ ਪੂੰਜੀ ਨੂੰ ਕੀਮਤੀ ਬਣਾਉਂਦੇ ਹੋਏ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਦੇ ਅੰਦਰ ਉਦਾਸੀ ਡੇਰਾ ਸੰਤਵਾ ਟਹਿਲਦਾਸ ਜੀ ਲੁਧਿਆਣੇ ਵਿਖੇ ਸਤਿਗੁਰੂ ਦੀ ਨਿੱਘੀ ਗੂੰਜ ਦਾ ਆਨੰਦ ਮਾਣ ਰਹੀ ਆਦਰਣੀ ਸਤਿਕਾਰਯੋਗ ਸਾਧ ਸੰਗਤ ਜੀ ਤਨ ਭਾਗੀ ਹੋ ਸਾਧ ਸੰਗਤ ਜੀ ਸਤਿਗੁਰੂ ਦੀ ਮਹਿਮਾ ਸਤਿਗੁਰੂ ਦੀ ਕੀਰਤ ਸਤਿਗੁਰੂ ਦਾ ਜਸ ਗੁਰਬਾਣੀ ਗਾਵੋ ਭਾਈਓ ਸਫਲ ਸਦਾ ਸਦਾਈ ਸਵਾਸਾਂ ਰੂਪੀ ਪੂੰਜੀ ਨੂੰ ਕੀਮਤੀ ਬਣਾਉਂਦੇ ਹੋਏ ਸਤਿਗੁਰੂ ਦੀ ਅਗੰਮੀ ਬਾਣੀ ਹਿਰਦੇ ਵਿੱਚ ਵਸਾ ਕੇ ਸਵਾਸਾਂ ਰੂਪੀ ਪੂੰਜੀ ਨੂੰ ਕੀਮਤੀ ਬਣਾ ਰਹੇ। ਅੱਜ ਦਾ ਪਾਵਨ ਸ਼ਬਦ ਸਾਹਿਬ ਸਤਿਗੁਰੂ ਦਾਸ ਮਹਾਰਾਜ ਜੀ ਪਾਤਸ਼ਾਹ ਦੀ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤਾ ਗਿਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਗ 1196 ਰਾਗ ਬਸੰਤ ਦੇ ਅੰਦਰ ਸੁਭਾਇਮਾਨ ਹੈ। ਸਾਹਿਬ ਸਤਿਗੁਰੂ ਦਾਸ ਮਹਾਰਾਜ ਰਹਾਉ ਦੀਆਂ ਪੰਕਤੀਆਂ ਦੇ ਅੰਦਰ ਬਚਨ ਕਰਦੇ ਨੇ ਤੂੰ ਕਾਈ ਕਰਵੈਂ ਬਾਵਲੀ ਜੈਸੀ ਭਾਦੋਂ ਖੂੰਬਰਾੜ ਤੂੰ ਤਿਸਤੀ ਖਰੀ ਉਤਾਵਲੀ ਰਾਵ। ਰਹਾਉ ਦੀ ਪਾਵਨ ਬਚਨਾਂ ਦੇ ਅੰਦਰ ਸਤਿਗੁਰੂ ਰਵਿਦਾਸ ਮਹਾਰਾਜ ਬਚਨ ਕਰਦੇ ਨੇ ਇਹ ਕਾਇਆ ਇਹ ਸਰੀਰ ਤੂੰ ਕਾਹਦਾ ਮਾਣ ਕਰਦਾ ਏ ਮਿੱਟੀ ਮੂਸਲ ਇਹ ਤੇ ਮਿੱਟੀ ਦਾ ਮੂਸਲ ਹੈ ਤੇ ਮਾਣ ਕਾਹਦਾ ਹੈ। ਸਹਿਬ ਬਚਨ ਕਰਦੇ ਨੇ ਤੂੰ ਕਾਏ ਗਰਮੈ ਬਾਵਲੀ ਕਮਲੀਏ ਦਿੰਦੇ ਤੂੰ ਕਿਉਂ ਇਸ ਸਰੀਰ ਦਾ ਮਾਣ ਕਰਦੀ ਏ। ਇਹ ਤਾਂ ਇੱਕ ਪਹਿਰਾਵਾ ਹੈ
ਆਤਮਾ ਦਾ ਇੱਕ ਪਹਿਰਾਵਾ ਹੈ। ਤੂੰ ਕਾਈ ਕਰਵੈਂ ਬਾਵਲੀ ਜੈਸੀ ਭਾਦੋਂ ਖੂੰਬ ਰਾਜ। ਜਿਵੇਂ ਭਾਦੋਂ ਦੀ ਮਹੀਨੇ ਖੁੰਬ ਉਗਦੀ ਪੈਦਾ ਹੁੰਦੀ, ਬੜੀ ਸੋਹਣੀ ਲੱਗਦੀ, ਬੜੀ ਸੱਜਦੀ, ਸੁਹਾਵਣਾ ਰੂਪੀ ਸਫੈਦ ਏ। ਕਿ ਪਾਤਸ਼ਾਹ ਕਹਿੰਦੇ ਨਹੀਂ ਪਰ ਉਮਰ ਬੜੀ ਥੋੜੀ ਹੋਇਆ ਕਰਦੀ ਏ, ਧੁੱਪ ਲੱਗਦੀ ਏ ਤੇ ਕਰੀਬ 24 ਘੰਟੇ ਬਾਅਦ ਸੁੱਕ ਜਾਂਦੀ ਏ, ਜੀਵਨ ਤਿਆਗ ਜਾਂਦਾ, ਮੁਰਝਾ ਜਾਂਦਾ। ਜੈਸੀ ਭਾਦੋਂ ਖੁੰਬ ਰਾਜ ਤੂੰ ਕਿਸਤੀ ਖਰੀ ਉਤਾਵਲੀ। ਖੁੰਬ ਤੇ ਕਰੀਬ 24 ਘੰਟੇ ਕੱਢੀ ਜਾਂਦੀ ਏ, ਪਰ ਇਹ ਜਿੰਦੀ ਤੂੰ ਕਾਹਦਾ ਮਾਣ ਕਰਦੀ ਏ? ਤੂੰ ਦੀ ਇਹਦੇ ਨਾਲੋਂ ਵੀ ਛੇਤੀ ਨਾਸ਼ ਹੋਣ ਵਾਲੀ, ਕਿਉਂਕਿ ਪਾਤਸ਼ਾਹ ਬਚਨ ਕਰਦੇ ਨੇ, ਦਮ ਆਇਆ ਤਾਂ ਆਦਮੀ ਨਹੀਂ ਤੇ ਮਿੱਟੀ ਦੀ ਤੇ ਹਮ ਆਦਮੀ ਹਾਂ। ਤੀਸਰੀ ਸਾਹਿਬ ਆਖਦੇ ਨੇ, ਹਰ ਜਪਦਿਆਂ ਖਿਨ ਢਿੱਲ ਨਾ ਕੀਦੀ, ਮੇਰੀ ਜਿੰਦੜੀ ਮਤ ਜਪ ਪੈਸਾ ਆਵੈ ਕੀ ਨਾ ਆਵੈ ਰਾਮ। ਇਹ ਪਾਵਨ ਸ਼ਬਦ ਦੇ ਅੰਦਰ ਸਹਿਬ ਸਤਿਗੁਰੂ ਦਾਸ ਮਹਾਰਾਜ ਬੰਦੇ ਦੀ ਹਉਮੈ ਮੈਂ ਮੇਰੀ ਦੀ ਗਿਆਨ ਕਰਾਉਂਦੀ ਹੋਈ ਪਾਤਸ਼ਾਹ ਬੂਧ ਬਖਸ਼ਦੇ ਨੇ। ਬੰਦਾ ਸਾਰੀ ਜ਼ਿੰਦਗੀ ਮੈਂ ਮੇਰੀ ਦੇ ਵਿੱਚ ਉਲਝਿਆ ਹੋਇਆ ਦੋ ਸ਼ਬਦਾਂ ਵਿੱਚ ਹੀ ਇਹ ਜੀਵਨ ਅਧੂਰਾ ਲੈ ਕਰਕੇ, ਅਧੂਰਾ ਛੱਡ ਕਰਕੇ ਚਲਿਆ ਜਾਂਦਾ। ਜੋ ਮੈਂ ਹਾਂ ਉਸ ਨੂੰ ਸਮਝ ਨਹੀਂ ਸਕਿਆ, ਜੋ ਸਮਝਿਆ ਉਹ ਹੈ ਨਹੀਂ। ਇਸੇ ਤਰ੍ਹਾਂ ਮੇਰੀ ਜੋ ਮੇਰੀ ਹੈ ਉਹ ਇਹਦੀ ਹੈ ਨਹੀਂ, ਪਰ ਜੋ ਮੇਰੀ ਸੀ ਜਿਹਨੂੰ ਸਮਝਣਾ ਸੀ ਉਹਨੂੰ ਸਮਝ ਨਹੀਂ ਸੀ। ਦੋਹਾਂ ਸ਼ਬਦਾਂ ਦੇ ਅੰਦਰ ਸਾਰੀ ਜ਼ਿੰਦਗੀ ਪਾਤਸ਼ਾਹ ਕਹਿੰਦੇ ਨੇ ਮੇਰੀ ਮੇਰੀ ਕਰਤੀ ਜਨਮ ਗਇਓ। ਮੈਂ ਮੇਰੀ ਦੇ ਵਿੱਚ ਹੀ ਸਵਾਸਾਂ ਰੂਪੀ ਕੁੰਦੀ ਜਨਮ ਦੀ। ਧੰਨ ਗੁਰੂ ਦਾਸ ਮਹਾਰਾਜ ਬਚਨ ਕਰਨੇ ਨੇ, ਦੁਰਲੱਭ ਜਨਮ, ਜਿਹੜਾ ਦੁਰਲੱਭ ਜਨਮ ਪ੍ਰਾਪਤ ਹੋਇਆ ਸੀ ਨਾ, ਬਿਰਥਾ ਜਾਤ ਅਗਿਆਨਤਾ ਵਸ, ਮੇਰੀ ਮੇਰੀ ਹਉਮੈ ਦੇ ਵਿੱਚ ਹੀ ਮੈਂ ਮੇਰੀ, ਮੇਰੇ ਧੀਆਂ, ਮੇਰੇ ਪੁੱਤਰ, ਮੇਰੀ ਜਾਇਦਾਦ, ਮੇਰਾ ਅਹੁਦਾ, ਮੈਂ ਹਉਮੈ ਵਿੱਚ ਹੀ। ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਦਾਸ ਮਹਾਰਾਜ ਰਾਜਸਥਾਨ ਦੀ ਧਰਤੀ, ਸਾਸਨੀ ਬਾਦਸ਼ਾਹ ਗਗਨੌਰ ਦਾ ਪੀਪਾ, ਜਿਹਦਾ ਸਤਿਗੁਰ ਦੀ ਮਹਿਮਾ ਸੁਣ ਕੇ ਬਨਾਹਰ ਦੀ ਧਰਤੀ ਤੇ ਹਾਜ਼ਰ ਹੁੰਦਾ ਹੈ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦਾ ਏ ਤੇ ਗੰਦਾ ਪਾਣੀ ਸਮਝ ਕੇ ਡੋਲ ਬਹਿੰਦਾ ਏ। ਜਦੋਂ ਧੂਬੀ ਦੀ ਲੜਕੀ ਕਰਮਾ ਬਾਈ ਨੂੰ ਗਿਆਨ ਹੋ ਜਾਂਦਾ ਏ ਤੇ ਆਪਣੀ ਭੁੱਲ ਬਖਸ਼ਾਉਣ ਲਈ ਸਾਧ ਸੰਗਤ ਦੀ ਭੁੱਲੇ ਮਾਰਗ ਦਿਨੇ ਬਤਾਇਆ, ਐਸਾ ਗੁਰਪੜ ਭਾਗੀ ਪਾਇਆ। ਸਤਿਗੁਰ ਦੀ ਚਰਨਾਂ ਵਿੱਚ ਸਾਧ ਸੰਗਤ ਇੱਕ ਦਿਨ ਨਹੀਂ, 2 ਦਿਨ ਨਹੀਂ, ਲਗਾਤਾਰ 8 ਮਹੀਨੇ ਸਤਿਗੁਰ ਦੇ ਚਰਨਾਂ ਵਿੱਚ ਤਨ ਕਰਕੇ ਸੇਵਾ, ਮਨ ਕਰਕੇ ਸਿਮਰਨ ਵਿੱਚ ਜੁੜ ਜਾਂਦਾ। ਤੇ ਸਤਿਗੁਰੂ ਦਾਸ ਮਹਾਰਾਜ ਜਿਨ੍ਹਾਂ ਦੀ ਸੰਗਤ ਕਰਕੇ ਸਾਧ ਅੱਜ ਬਾਦਸ਼ਾਹ ਆਪਣੀ ਭੁੱਲ ਬਖਸ਼ਾਉਂਦਾ ਏ ਤੇ ਸਤਿਗੁਰੂ ਉੱਥੇ ਗਿਆਨ ਬਖਸ਼ਦੇ। ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਦੇਖਿਆ ਦੇਖਿਆ ਸੋਣਾ ਬੋਲੇ ਦੌੜਿਓ ਫਿਰਤ ਹੈ। ਜਬ ਕਛ ਪਾਵੈ ਤਬ ਗਰਭ ਕਰਤਾ ਹੈ, ਮਾਇਆ ਗਈ ਤਬ ਰੋਗਨ ਲਗਤਾ ਹੈ। ਮਨ ਵਚ ਕਰਮ ਰਸ ਕਸੈ ਲੁਭਾਨਾ, ਬਿਰਸ ਗਿਆ ਜਾਏ ਕਹੂੰ ਸਮਾਨਾ। ਕਹਿ ਰਵਿਦਾਸ ਬਾਜੀ ਜਗ ਭਾਈ ਬਾਜੀ, ਗਲ ਸਮੋ ਪ੍ਰੀਤ ਬਣ। ਇੱਕ ਦਿਨ ਨਹੀਂ, ਸਾਧ ਕਰੀਬ 8 ਮਹੀਨੇ ਸਤਿਗੁਰਾਂ ਦੀ ਸੰਗਤ ਕੀਤੀ। ਜਦੋਂ ਐਸੀ ਬਚਨ ਸਤਿਗੁਰਾਂ ਦੀ ਸ਼ਰਨ ਕਰਦੇ ਨੇ, ਮਾਟੀ ਦਾ ਪੁੱਤਰ ਕੈਸੇ ਨੱਚਦਾ ਹੈ, ਕਿਵੇਂ ਕਿਵੇਂ ਇਹ ਮਿੱਟੀ ਦਾ ਪੁਤਲਾ ਹਉਮੈ ਦੇ ਵਿੱਚ ਰਾਜ ਦੇ ਅੰਦਰ, ਬਾਦਸ਼ਾਹੀ ਦੇ ਅੰਦਰ ਕਿਉਂ ਆਪੇ ਤੋਂ ਬਾਹਰ ਹੋ ਜਾਂਦਾ ਹੈ, ਕਿਉਂ ਦੇਣ ਵਾਲੀ ਰਾਜ ਦੇਣ ਵਾਲੇ ਨੂੰ ਭੁੱਲ ਜਾਂਦਾ ਹੈ। ਮਾਟੀ ਕੋ ਪੁੱਤਰ ਕੈਸੇ ਨਾ ਦੇਖਿਆ ਦੇਖਿਆ, ਦੇਖਦਾ ਹੈ ਸਭ ਕੁਝ, ਸੁਣਦਾ ਵੀ ਹੈ, ਪਰ ਪਾਤਸ਼ਾਹ ਕਹਿੰਦੇ ਫਿਰ ਬੋਲਾ ਹੋ ਜਾਂਦਾ, ਬੇਸਮਝ ਹੋ ਜਾਂਦਾ ਏ। ਦੌੜਿਓ ਫਿਰਦਾ ਹੈ, ਭੱਜਾ ਹੀ ਫਿਰਦਾ ਹੈ। ਜਬ ਕਛ ਪਾਵੈ, ਜਦੋਂ ਕੁਝ ਪ੍ਰਾਪਤੀ ਹੁੰਦੀ ਏ ਤਬ ਹਉਮੈ ਦੇ ਵਿੱਚ, ਖੁਸ਼ੀ ਦੇ ਅੰਦਰ ਭੁੱਲਿਆ ਨਹੀਂ ਸਮਾਉਂਦਾ। ਜਬ ਕਛ ਪਾਵੈ ਤਬ ਗਰਭ ਕਰਤਾ ਹੈ, ਮਾਇਆ ਗਈ ਕਿਤੇ ਘਾਟਾ ਪੈ ਗਿਆ ਵੇ ਤੜਪ, ਮਾਇਆ ਗਈ ਤਬ ਰੂਬਨ ਲੱਗਦਾ ਹੈ। ਮਨ ਵਚ ਕਰਮ ਰਸ ਕਸੈ ਲਵਾਨਾ, ਮਨ ਦੇ ਵਿਚਾਰ ਭੈੜੇ ਨੇ ਤੇ ਭੈੜਾਂ ਵਿਚਾਰਾਂ ਵਿੱਚ ਖੁਰਾਕ ਵੀ ਭੈੜੀ ਤੇ ਸੋਚ ਵੀ ਭੈੜੀ ਤੇ ਕਰਮ ਵੀ ਭੈੜੇ। ਰਸਾਂ ਕਸਾਂ ਵਿੱਚ ਫਸ ਕੇ ਜੀਵਨ ਬਰਬਾਦ ਕਰਦਾ। ਬਿਰਸ ਗਿਆ ਜਾਏ ਕਹੂੰ ਸਮਾਨਾ, ਮੌਤ ਆਈ ਪਤਾ ਨਹੀਂ ਕਿੱਥੇ ਚਲੇ ਜਾਣਾ ਹੈ। ਪਾਤਸ਼ਾਹ ਕਹਿੰਦੇ ਨੇ ਅੰਜੂ ਸਮਝ ਕਛ ਬਿਗੜਿਓ, ਨਾਹੀ ਭਜਲੀ ਨਾਮ ਮੋਰਾ, ਕਹਿ ਰਵਿਦਾਸ ਬਾਜੀ ਜਨ। ਪਰਮੇਸ਼ਰ ਨੇ ਸੰਸਾਰ ਦੀ ਖੇਡਣੀ ਪਰਮੇਸ਼ਰ ਨੂੰ ਚੰਗੀ ਲੱਗੀ ਤੇ ਪਰਮੇਸ਼ਰ ਨੇ ਸਾਰਾ ਸੰਸਾਰ ਰਚ ਕੇ ਇਹ ਖੇਡ ਖਿਡਾ ਰਿਹਾ ਹੈ। ਪਰ ਸਾਡੀ ਪ੍ਰੀਤ ਉਸ ਪਰਮੇਸ਼ਰ ਪਰਮਾਤਮਾ ਨਾਲ ਬਣੀ ਹੈ, ਸਾਡੀ ਸਾਂਝ ਉਸ ਪਰਮੇਸ਼ਰ ਨਾਲ ਹੈ ਜਿਹੜਾ ਇਹ ਸਾਰੇ ਸੰਸਾਰ ਨੂੰ ਖਿਡਾ ਰਿਹਾ ਹੈ, ਖੇਡ ਰਿਹਾ।
ਕਹਿ ਰਵਿਦਾਸ ਬਾਡੀ ਜਗ ਭਾਈ, ਬਾਡੀ ਗਰ ਸੋ ਮੋਹ ਪ੍ਰੀਤ ਬਣਾਈ। ਅਸੀਂ ਤੇ ਉਸ ਪਰਮ ਪਿਤਾ ਪਰਮੇਸ਼ਰ ਨਾਲ ਪ੍ਰੀਤ ਪਾਈ, ਸੱਚੀ ਪ੍ਰੀਤ। ਇਸ ਲਈ ਬਾਦਸ਼ਾਹ ਤੂੰ ਝੂਠਾ ਸਮਝ ਕੇ, ਗੰਦਾ ਪਾਣੀ ਸਮਝ ਕੇ ਡੋਲ ਗਿਆ। ਹੁਣ ਤੇ ਤੈਨੂੰ ਸੇਵਾ ਤੇ ਸਿਮਰਨ ਕਰਨਾ ਪਊ। ਕਿ ਸਾਸੀਂ ਅੱਜ ਸਤਿਗੁਰ ਦੇ ਚਰਨਾਂ ਵਿੱਚ ਸੇਵਾ ਕਰਦਿਆਂ ਸਮਾਂ ਬੀਤਦਾ ਹੈ। ਅੱਜ ਸ਼ਬਦ ਆ ਗਿਆ ਸਤਿਗੁਰ ਦੀ ਰਸਨਾ ਦੇ ਉੱਤੇ ਪਾਤਸ਼ਾਹ ਬਚਨ ਕਰਦੇ ਨੇ, ਤੁਧੈ ਸੁਝੰਤਾ ਕਛੂ ਨਾਹੀ, ਪਹਿਰਾਵਾ ਦੀ ਖੂਬ ਜਾਹੈ। ਆ ਬਾਹਰਲਾ ਪਹਿਰਾਵਾ ਦੇ ਕੇ ਤੂੰ ਖੋਲਿਆ ਨਹੀਂ ਸਮਾਉਂਦਾ। ਪਾਤਸ਼ਾਹ ਕਹਿੰਦੇ ਨੇ ਤੈਨੂੰ ਪਤਾ ਏ, ਕੂਕਰ ਸੂਕਰ ਜੌਨ ਭਰਮੈ ਤਉ ਲਾਜ ਨਾ ਆਈ। ਕਿ ਜਿਹੜੀ ਆਤਮਾ ਆ ਅੰਦਰ, ਪਤਾ ਨਹੀਂ ਕਿੰਨੇ ਕੁ ਪਹਿਰਾਵੇ, ਕਿੰਨੇ ਕੁ ਚੋਲੇ ਜੂਨੀਆਂ ਭੋਗ ਕੇ ਆਈ। ਇਹ ਮਨੁੱਖ ਜੂਨੀ ਵੀ ਇੱਕ ਚੋਲਾ ਆ, ਇੱਕ ਵਸਤਰ ਆ ਜਿਹੜਾ ਤੈਨੂੰ ਪ੍ਰਾਪਤ ਹੋਇਆ ਏ। ਕਿ ਤੈਨੂੰ ਸਭ ਤੋਂ ਸੋਹਣਾ ਚੋਲਾ ਮਿਲਿਆ ਏ 84 ਲੱਖ ਜੂਨਾਂ ਦੇ ਵਿੱਚੋਂ, ਤੇ ਸੋਹਣੇ ਪਰਮ ਪਿਤਾ ਪਰਮੇਸ਼ਰ ਨੂੰ ਪ੍ਰਾਪਤ ਕਰਨ ਲਈ ਮਿਲਿਆ ਏ। ਕਿਉਂਕਿ ਸਾਹਿਬ ਸਤਿਗੁਰੂ ਦਾਸ ਮਹਾਰਾਜ ਜੀ ਤੋਂ ਪਰਮ ਪਿਤਾ ਪਰਮੇਸ਼ਰ ਦੀ ਨਾਲ ਅਭੀਰਤਾ ਪ੍ਰਾਪਤ ਕਰ ਲੈਂਦੇ ਨੇ। ਇੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਬਚਨ ਕਰਦੇ ਨੇ, ਰਵਿਦਾਸ ਠਾਕੁਰ ਬਣ ਆਏ। ਉੱਥੇ ਸਾਹਿਬ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਦੀ ਬਚਨ ਹਨ। ਪਾਤਸ਼ਾਹ ਕਹਿੰਦੇ ਨੇ, ਕਬੀਰ ਧਿਆਇਓ ਏਕ ਰੰਗ, ਨਾਮ ਦਿਓ ਹਰਿ ਜੀਉ ਵਸੀ ਸੰਗ। ਰਵਿਦਾਸ ਧਿਆਈ ਪ੍ਰਭ ਅਨੂਪ, ਗੁਰ ਨਾਨਕ ਦੇਵ ਗੋਬਿੰਦ ਰੂਪ। ਸਤਿਗੁਰੂ ਦਾਸ ਜੀ ਨੇ ਪਰਮ ਪਿਤਾ ਪਰਮੇਸ਼ਰ ਨੂੰ ਧਿਆਉਣਾ ਕੀਤਾ ਏ, ਹਿਰਦੇ ਤੋਂ ਧਿਆਉਣਾ ਕੀਤਾ ਏ। ਗੁਰੂ ਨਾਨਕ ਦੇਵ ਗੋਬਿੰਦ ਰੂਪ, ਉਸ ਪਰਮ ਪਿਤਾ ਪਰਮੇਸ਼ਰ ਦਾ, ਗੋਬਿੰਦ ਦਾ, ਦੇਵਤਿਆਂ ਦੇ ਦੇਵਤਾ ਪਰਮਾਤਮਾ ਦਾ ਰੂਪ ਹੋ ਕੇ ਇਸ ਧਰਤੀ ਤੇ ਪ੍ਰਗਟ ਹੋਏ। ਤੇ ਅੱਜ ਸਤਿਗੁਰੂ ਦਾਸ ਬਚਨ ਕਰਦੇ ਨੇ, ਤੁਝੈ ਸੁਝੰਤਾ ਕਛੁ ਨਾਹੀ। ਇਹ ਪ੍ਰਾਣੀ ਆਪਣੇ ਤੋਂ ਢੁਕਾ ਕੇ ਭਾਵ ਨੂੰ ਸੰਸਾਰੀ ਜੀਵਨ ਨੂੰ ਗਿਆਨ ਦਿੰਦੇ ਨੇ। ਬਾਦਸ਼ਾਹ ਪੀਪਾ ਜਿਹੜਾ ਹਉਮੈ ਦੇ ਵਿੱਚ ਅੰਮ੍ਰਿਤ ਨੂੰ ਗੰਗਾ ਪਾਣੀ ਸਮਝ ਕੇ ਡੋਲ ਬੈਠੇ, ਅੱਜ ਸੰਗਤਾਂ ਵਿੱਚ ਬੈਠਿਆਂ ਸੇਵਾ ਕਰਦੇ ਆ, ਕਰੀਬ 6 ਮਹੀਨੇ ਬੀਤ ਗਏ। ਤੇ ਅੱਜ ਸਤਿਗੁਰਾਂ ਦੇ ਹਿਰਦੇ ਵਿੱਚੋਂ ਬੋਲ ਪ੍ਰਗਟ ਹੋਏ ਨੇ, ਤੁਝੈ ਸੁਝੰਤਾ ਕਛੂ ਨਾ, ਤੈਨੂੰ ਕੁਝ ਸੁਝਦਾ ਨਹੀਂ। ਪਹਿਰਾਵਾ ਦੀਖ ਕੂ ਵਡਾਈ, ਇਹ ਬਾਹਰ ਦੇ ਪਹਿਰਾਵੇ ਦੇਖ ਕੇ ਤੂੰ ਆਕੜਿਆ ਫਿਰਦਾ ਹੈ। ਪਹਿਰਾਵਾ ਦੀ ਕੂ ਵਡਾਈ, ਗਰਭਵਤੀ ਕਾ ਨਾਹੀ ਠਾਉ। ਕਹਿੰਦੇ ਤੈਨੂੰ ਸਮਝ ਆਉਣੀ ਚਾਹੀਦੀ ਆ ਸਤਸੰਗੀ ਦਿਨੋਂ, ਕਿ ਹਉਮੈ ਵਾਲੇ ਨੂੰ ਤਾਂ, ਜਿਹਦੇ ਅੰਦਰ ਹੰਕਾਰ ਹੋਵੇ, ਉਹਨੂੰ ਤਾਂ ਘਰ ਦੇ ਬੁਲਾਉਣਾ ਛੱਡ ਜਾਂਦਾ। ਗਰਭਵਤੀ ਕਾ ਨਾ, ਉਹਨੂੰ ਤੇ ਕੋਈ ਬੈਠਣ ਨੂੰ ਨਹੀਂ ਕਹਿੰਦਾ, ਜਿਹੜਾ ਹਉਮੈ ਦੇ ਵਿੱਚ ਭਾਵੇਂ ਧਨਾੜਾ ਹੀ ਹੋਵੇ। ਗਰਭਵਤੀ ਕਾ ਨਾ, ਉਹਨੂੰ ਤੇ ਧਰਤੀ ਵੀ ਥਾਂ ਨਹੀਂ ਦਿੰਦੀ। ਗਰਭਵਤੀ ਕਾ ਨਾਹੀ ਠਾਉ, ਤੇਰੀ ਗਰਦਨ ਉੱਪਰ ਲਵੈ ਕਾਉ। ਇਹ ਪ੍ਰਾਣੀ ਮਨੁੱਖ ਦੇ ਸਿਰ ਦੇ ਉੱਤੇ ਮੌਤ ਰੂਪੀ ਕਾਂ ਹਰ ਵੇਲੇ ਸੁਨੇਹਾ ਦੇ ਰਿਹਾ ਏ, ਭਾਵ ਹਰ ਪਲ ਹਰ ਸਵਾਸ ਘਟ ਰਿਹਾ ਏ। ਔਧ ਘਟਤ ਹੈ ਨੀਤ, ਜਿਵੇਂ ਫੁੱਟੜੇ ਘੜੇ ਦਾ ਪਾਣੀ ਔਧ ਤੇਰੀ ਜਾਵੇ ਬੀਤਦੀ। ਸਾਸਨੀ ਟੁੱਟੇ ਹੋਈ ਘੜੀ ਦੇ ਵਿੱਚੋਂ ਪਾਣੀ ਸਿਮਦਾ ਜਾਂਦਾ ਏ। ਇਸ ਤਰ੍ਹਾਂ ਇਹ ਮਿੱਟੀ ਦਾ ਮੂਸਲ, ਮਿੱਟੀ ਦਾ ਤਾਨੇ, ਇਹਦੇ ਵਿੱਚੋਂ ਵੀ ਸਾਸੰਗ ਦੀ ਸਵਾਸ ਇੱਕ ਇੱਕ ਕਰਕੇ ਘਟਦੇ ਜਾਂਦੇ। ਇਸ ਲਈ ਸਹਿ ਬਚਨ ਕਰਦੇ ਨੇ, ਤੁਝੈ ਸੁਝੰਤਾ ਕਛੂ ਨਾਹੀ, ਪਹਿਰਾਵਾ ਦੀਖ ਕੂ ਵਡਾਈ। ਗਰਭਵਤੀ ਕਾ ਨਾਹੀ ਟਾਉ, ਤੇਰੀ ਗਰਦਨ ਉੱਪਰ ਲਵੈ ਕਾਉ। ਇੱਕ ਹੋਰ ਸਾਹਿਬ ਬਚਨ ਕਰਦੇ ਨੇ, ਸਤਿਗੁਰੂ ਦਾਸ ਮਹਾਰਾਜ ਆਪਣੀ ਬਾਣੀ ਅੰਦਰ ਬਚਨ ਕਰਦੇ ਨੇ, ਸਹਿ ਕੀ ਸਾਰ ਸੁਹਾਗਣ ਜਾਣੈ। ਕਹਿੰਦੀ ਪਰਮੇਸ਼ਰ ਦੀ ਸਾਰ, ਪਰਮੇਸ਼ਰ ਨੂੰ ਖੁਸ਼ ਕਰਨਾ, ਪਰਮੇਸ਼ਰ ਦਾ ਆਸ਼ੀਰਵਾਦ ਪ੍ਰਾਪਤ ਕਰ ਲੈਣਾ, ਰਹਿਮਤ ਪ੍ਰਾਪਤ ਕਰ ਲੈਣਾ, ਇਹ ਸੁਹਾਗਣ ਜਾਣ। ਕਹਿੰਦੀ ਇੱਕ ਬਚਨ ਕਰਦੇ ਆ, ਇੱਕ ਧੀ ਲਾਡਾਂ ਨਾਲ ਪਾੜੀ ਤੇ ਉਹਨੇ ਜ਼ਿੰਦਗੀ ਦੇ ਬੜੇ ਸੋਹਣੇ ਸੋਹਣੇ ਪਹਿਰਾਵੇ ਪਹਿਨੇ ਨੇ, ਪਰ ਜਿੱਦਣ ਪਤੀ ਦਾ ਮਿਲਾਪ ਹੁੰਦਾ ਨਾ, ਸਹੁਰੇ ਘਰ ਜਾਣਾ ਹੁੰਦਾ ਹੈ, ਸ਼ਾਦੀ ਹੋਣੀ ਹੁੰਦੀ, ਉਦੋਂ ਸਭ ਤੋਂ ਮਹਿੰਗਾ ਪਹਿਰਾਵਾ ਪਹਿਨਿਆ ਜਾਂਦਾ, ਸੂਟ ਪਹਿਨਿਆ ਜਾਂਦਾ ਹੈ। ਕਿ ਰੱਬ ਨਾ ਕਰੇ ਕਿਤੇ ਸੋਹਣਾ ਸੂਟ ਹੋਵੇ। ਤੇ ਅੱਜ ਕੱਲ੍ਹ ਜਿਵੇਂ ਸਾਧ-ਸੰਗ ਦੀ ਤਿਆਰੀ ਲਈ ਵੀ ਬੜੇ ਪੈਸੇ ਦਿੱਤੇ ਜਾਂਦੇ ਨੇ, ਤੇ ਸਾਧ-ਸੰਗ ਦੀ ਸ਼ਾਦੀ ਪਤੀ ਆਵੇ ਪਰ ਸਹੁਰੇ ਘਰ ਜਾਣ ਦਾ ਸਮਾਂ ਨਸੀਬ ਨਾ ਹੋਵੇ, ਪਤੀ ਦੀ ਸੰਗਤ ਕਰਨ ਦਾ ਨਸੀਬ ਨਾ ਹੋਵੇ, ਤੇ ਸਾਧ-ਸੰਗ ਦੀ ਫਿਰ ਚੋਲੇ ਦਾ ਹਾਲ ਕੀ ਹੁੰਦਾ ਏ। ਉਹਨੂੰ ਪਾਤਸ਼ਾਹ ਕਹਿੰਦੇ ਨੇ, ਦੁਹਾਗਣ ਘਰ ਘਰ, ਅੰਦਰ ਹਿਰਦੇ ਤੋਂ ਸਾਧ-ਸੰਗ ਦੀ ਉਹ ਪਹਿਰਾਵਾ ਜਿਹੜਾ ਤੇ ਚੰਗਾ ਨਹੀਂ ਲੱਗਦਾ। ਕਿਤੇ ਪਤੀ ਦਾ ਮਿਲਾਪ ਹੋ ਜਾਏ ਨਾ, ਜ਼ਿੰਦਗੀ ਬੜੀ ਸੁੰਘਣੀ ਨਿਕਲੇ। ਤੇ ਜਿਹੜਾ ਸ਼ਾਦੀ ਵਾਲੇ ਦਿਨ ਪਹਿਰਾਵਾ ਪਹਿਨਿਆ ਹੁੰਦਾ ਨਾ, ਆਪਾਂ ਕਈ ਵਾਰ ਇਹਦੀਆਂ ਫੋਟੋਆਂ ਸਜਾ ਕੇ ਰੱਖਦੇ ਸਾਰੀ ਦਿਨ, ਤੇ ਉਹ ਪਹਿਰਾਵੇ ਨੂੰ ਵੀ ਆਪਾਂ ਬੜਾ ਸਾਂਭ ਕੇ ਰੱਖਦੇ ਜਿਹੜਾ ਉਸ ਦਿਨ ਸੂਟ ਪਹਿਨਿਆ। ਇਸ ਲਈ ਪਾਤਸ਼ਾਹ ਕਹਿੰਦੇ ਨੇ, ਜਿਹੜਾ ਮਨੁੱਖ ਰੂਪੀ ਚੋਲਾ ਹੈ, ਇਹ ਵੀ ਸਭ ਤੋਂ ਮਹਿੰਗਾ ਚੋਲਾ ਹੈ, ਸਭ ਤੋਂ ਸੋਹਣਾ ਹੈ, ਤੇ ਸਭ ਤੋਂ ਸੋਹਣੇ ਪਰਮ ਪਿਤਾ ਪਰਮੇਸ਼ਰ ਦੇ ਮਿਲਾਪ ਲਈ ਮਿਲਿਆ ਹੈ। ਰਵਿਦਾਸ ਧਿਆਈ ਪ੍ਰਭ ਅਨੂਪ, ਜਿਹਦੇ ਬਰਾਬਰ, ਜਿਹਦੇ ਵਰਗਾ ਸੋਹਣਾ ਕੋਈ ਹੈ ਹੀ ਨਹੀਂ। ਸੋਹਣੇ ਪਰਮ ਪਿਤਾ ਪਰਮੇਸ਼ਰ ਨੂੰ ਸਾਹਿਬ ਸਤਿਗੁਰੂ ਦਾਸ ਜੀ ਨੇ ਧਿਆਇਆ ਈ, ਅਰਾਧਿਆ ਈ, ਉਹਦਾ ਹੀ ਰੂਪ ਹੋ ਕੇ ਇਸ ਧਰਤੀ ਤੇ ਬ੍ਰਹਮ ਗੁਰੂ ਦੇ ਰੂਪ ਅੰਦਰ ਬ੍ਰਹਮ ਪਦ ਨੂੰ ਪ੍ਰਾਪਤ ਕਰਕੇ ਇਸ ਧਰਤੀ ਤੇ ਪੂਜੇ ਗਏ ਨੇ, ਸਤਿਕਾਰੇ ਗਏ ਨੇ, ਮਾਣ ਪ੍ਰਾਪਤ ਕੀਤਾ ਹੈ, ਸਨਮਾਨ ਕੀਤਾ। ਇਸ ਲਈ ਸਹਿਬ ਬਚਨ ਕਰਦੇ ਨੇ,
ਗਰਭਵਤੀ ਕਾ ਨਾਹੀ ਠਾਉ, ਤੇਰੀ ਗਰਦਨੀ ਉੱਪਰ ਲਵੈ ਕਾਉ। ਤੂੰ ਕਾਈ ਕਰਵੈ ਬਾਵਲੀ, ਤੈਸੀ ਭਾਦੋਂ ਕੂੰ ਰਾਜ ਤੂੰ ਕਿਸਤੀ ਖਰੀ ਉਤਾਵਲੀ। ਜੈਸੇ ਕੁਰੰਕ ਨਹੀਂ ਪਾਇਓ ਭੀ, ਤਨ ਸੁਗੰਧ ਢੂੰਡੈ ਪਰਦੇਸ। ਜਿਵੇਂ ਹਿਰਨ ਦੀ ਨਾਭੀ ਦੇ ਅੰਦਰ ਕਸਤੂਰੀ ਹੁੰਦੀ, ਬੜੀ ਕੀਮਤੀ, ਬੜੀ ਸੁਗੰਧੀ ਵਾਲੀ, ਸੁਗੰਧੀ ਆਉਂਦੀ ਏ ਤੇ ਲੱਭਦਾ ਹਰਨ ਬਾਹਰ ਫਿਰਦਾ ਹੈ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਨੇ ਆਪ ਤਨ ਕਾਜੂ ਕਰੀ ਵਿਚਾਰ, ਜਿਹੜੇ ਆਪਣੇ ਅੰਦਰ ਝਾਤੀ ਮਾਰ ਲੈਂਦੇ ਨੇ ਕਿ ਮੈਂ ਕੀ ਹਾਂ, ਕੀ ਕਰਨਾ ਸੀ ਤੇ ਕੀ ਕਰ ਰਿਹਾ ਏ, ਹੁਣ ਕੀ ਕਰਨਾ ਹੈ। ਇਸ ਲਈ ਸਾਹਿਬ ਆਖਦੇ ਨੇ ਆਪ ਤਨ ਕਾਜੂ ਕਰੀ ਵਿਚਾਰ, ਤਿਸ ਨਹੀਂ ਜਮਕਾਂ ਕਰ ਕਰੀ ਖੁਆਰ। ਜਿਹੜਾ ਆਪਣੇ ਤਨ ਦੀ ਖੋਜ ਕਰ ਲੈਂਦਾ ਹੈ, ਪਰ ਆਪਣੇ ਅੰਦਰ ਬੈਠੀ ਆਤਮਾ ਜਿਹੜੀ ਪਰਮਾਤਮਾ ਦੀ ਅੰਸ਼ ਹੈ, ਉਹਦਾ ਭੋਜਨ ਗੋਪਾਲ ਕੀਰਤਨੈ, ਮੰਤਰੰ ਰਾਮ ਰਾਮ ਨਾਮ, ਸਤਿਗੁਰ ਦਾ ਸਿਮਰਨ। ਜਿਹਨੂੰ ਪਾਤਸ਼ਾਹ ਕਹਿੰਦੇ ਨੇ ਊਠਤ ਬੈਠਤ ਸੋਵਤ ਜਾਗਤ ਗੁਰ ਮੰਤਰ, ਹਿਰਦੈ ਜਿਤਾਰ। ਕਿਰਤ ਕਰਦਿਆਂ ਕਰਤੇ ਨਾਲ ਜੁੜ ਕੇ ਰਹਿਣਾ ਹੈ, ਵੀ ਉਹ ਕਿਰਤ ਹੈ ਜਿਹੜੀ ਉਹ ਵੀ ਇਬਾਦਤ ਹੋ ਜਾਂਦੀ ਹੈ। ਸਾਧ ਸੰਗਤ ਦੀ ਸਾਹਿਬ ਬਚਨਬੰਦ ਕਰਦੇ ਨੇ, ਜੈਸੀ ਕੁਰੰਕ ਨਹੀਂ ਪਾਇਓ ਭੇ, ਜਿਵੇਂ ਹਰਨ ਦੀ ਨਾਭੀ ਵਿੱਚ ਕਸਤੂਰੀ। ਜੈਸੀ ਕੁਰੰਕ ਨਹੀਂ ਪਾਇਓ ਭੇਦ, ਪਰ ਇਸ ਭੇਦ ਨੂੰ ਜਾਣਦਾ ਨਹੀਂ। ਤਨ ਸੁਗੰਧੀ ਜਿਹੜੀ ਇਹ ਅੰਦਰੋਂ ਆਉਂਦੀ ਹੈ, ਪਰ ਝਾੜੀਆਂ ਵਿੱਚੋਂ ਸੁੰਘਦਾ ਫਿਰਦਾ। ਇਸੇ ਤਰ੍ਹਾਂ ਪਰਮ ਪਿਤਾ ਪਰਮੇਸ਼ਰ ਦੀ ਜੋਤ, ਪਰਮਾਤਮਾ ਦੀ ਅੰਸ਼ ਸਾਡੇ ਅੰਦਰ ਹੈ। ਅਸੀਂ ਬਾਹਰਲੀਆਂ ਦੁਨੀਆ ਨੂੰ ਧੀਆਂ ਪੁੱਤਰਾਂ ਪਰਿਵਾਰ ਪਦਾਰਥਾਂ ਲਈ ਮਾਇਆ ਦੇ ਵਿੱਚੋਂ ਖੁਸ਼ੀਆਂ ਲੱਭਦੇ, ਆਨੰਦ ਲੱਭਦੇ। ਇਸ ਲਈ ਪਾਤਸ਼ਾਹ ਕਹਿੰਦੇ ਨੇ ਜੈਸੀ ਕੁਰੰਕ ਨਹੀਂ ਪਾਇਓ ਭੇਦ, ਤਨ ਸੁਗੰਧ। ਜਿਵੇਂ ਹਰਨ ਨੇ ਪਤਾ ਨਹੀਂ ਲੱਗਦਾ ਨਾ ਕਸਤੂਰੀ ਅੰਦਰ ਆ, ਲੱਭਦਾ ਬਾਹਰ ਆ, ਇਸੇ ਤਰ੍ਹਾਂ ਅਸੀਂ ਵੀ ਸੰਸਾਰੀ ਜੀਵ ਗੁਰੂ ਦੀ ਰਹਿਮਤ ਤੋਂ ਬਿਨਾਂ, ਗੁਰੂ ਗਿਆਨ ਤੋਂ ਬਿਨਾਂ ਅਗਿਆਨਤਾ ਵਸ ਬਾਹਰ ਹੀ ਲੱਭੀ। ਜੈਸੀ ਕੁਰੰਕ ਨਹੀਂ ਪਾਇਓ ਭੇਦ, ਤਨ ਸੁਗੰਧ ਢੂੰਡੈ ਪਰਦੀਸ। ਆਪ ਤਨ ਕਾਜੂ ਕਰੀ ਵਿਚਾਰ, ਜਿਨ੍ਹਾਂ ਨੂੰ ਸਤਿਗੁਰ ਦੀ ਚਰਨਾਂ ਵਿੱਚ ਥਾਂ ਮਿਲ ਜਾਂਦੀ ਹੈ। ਆਪ ਤਨ ਕਾ, ਉਹ ਵੀ ਆਪਣੇ ਤਨ ਦਾ ਵਿਚਾਰ ਕਰਦੇ, ਉਹ ਕਿਹੜੇ ਨੇ? ਉਹਨਾਂ ਨੂੰ ਪਾਤਸ਼ਾਹ ਕਹਿੰਦੇ ਨੇ ਧੰਨ ਧੰਨ ਸੂ ਗੁਰ ਸਿੱਖ ਕਹੀਏ, ਜੋ ਸਤਿਗੁਰ ਚਰਣੀ ਜਾਈ ਪਿਆ। ਐਸੀ ਗੁਰਸਿੱਖ ਸਤਸੰਗ ਸੰਗ ਦੀ ਜਿਨ੍ਹਾਂ ਨੂੰ ਪ੍ਰਾਪਤੀ ਹੋਈ, ਗੁਰਮੁਖਾਂ ਨੂੰ, ਗੁਰਸਿੱਖਾਂ ਨੂੰ, ਜਗਿਆਸੂਆਂ ਨੂੰ, ਸਤਸੰਗੀਆਂ ਨੂੰ ਕਹਿੰਦੇ ਜਦੋਂ ਸਤਿਗੁਰ ਦੀ ਸ਼ਰਨ ਵਿੱਚ ਆ ਜਾਂਦੇ ਨੇ ਤੇ ਉਹਨਾਂ ਨੂੰ ਧੰਨ ਧੰਨ ਕਹਿਣਾ। ਕਿਉਂਕਿ ਸਾਰੀ ਜ਼ਿੰਦਗੀ ਬਾਹਰਲੀਆਂ ਵਿਚਾਰਾਂ ਕਰਦੇ ਹਾਂ, ਰਸਾਲਿਆਂ ਪੜ੍ਹਦੇ ਹਾਂ, ਅਖਬਾਰਾਂ ਪੜ੍ਹਦੇ ਹਾਂ, ਕਿਤਾਬਾਂ ਪੜ੍ਹਦਿਆਂ ਨਿਕਲ ਜਾਂਦੀ ਏ। ਉੱਥੇ ਬੁੱਲੇ ਸ਼ਾਹ ਦੇ ਕਹਿਣਾ ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ, ਭੱਜ ਭੱਜ ਫਿਰਦਾ ਮੰਦਰ ਮਸੀਤੀ, ਕਿਤੇ ਆਪਣੇ ਅੰਦਰ ਵੜਿਆ ਹੀ ਨਹੀਂ। ਤੇ ਸਤਸੰਗ ਦੀ ਜਿਹੜਾ ਅੰਦਰ ਬੋਲਦਾ ਉਹਨੂੰ ਕਦੇ ਫੜਿਆ ਹੀ ਨਹੀਂ। ਉੱਥੇ ਪਾਤਸ਼ਾਹ ਬਚਨ ਕਰਦੇ ਨੇ ਅਪ ਤਨਕਾ ਜੂ ਕਰੀ ਵਿਚਾਰ, ਤਿਸ ਨਹੀਂ ਜਮ ਕੰਕਰ ਕਈ ਖੁਆਰ। ਅਪ ਤਨਕਾ, ਆਪਣੇ ਤਨ ਦੀ ਖੋਜ ਕਰਨੀ। ਇਸ ਨੂੰ ਪਾਤਸ਼ਾਹ ਕਹਿੰਦੇ ਨੇ ਇਹ ਸਰੀਰ ਹਰ ਮੰਦਰ ਹੈ, ਇਹ ਸਰੀਰਾ ਮੇਰੇ ਆ। ਇਸ ਜਗ ਮੈਂ ਆਏ ਕੀ ਕਿਆ ਤੁਧ ਕਰਮ ਕਮਾਇਆ, ਕੀ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ। ਜਿਨ ਹਰ ਤੀਰਾ ਰਚਨ ਰਚਿਆ, ਸੂ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਗੁਰੂ ਦੀ ਕਿਰਪਾ ਜਦੋਂ ਹੁੰਦੀ ਹੈ, ਇਹ ਪਾਤਸ਼ਾਹ ਕਹਿੰਦੇ ਨੇ ਵੀ ਆਪਣੇ ਆਪ ਦੀ ਖੋਜ ਸ਼ੁਰੂ ਹੋ ਜਾਂਦੀ। ਤੇ ਅੱਜ ਬਾਦਸ਼ਾਹ ਪੀਪਾ ਸਤਿਗੁਰ ਦੇ ਚਰਨਾਂ ਵਿੱਚ ਹਾਜ਼ਰ ਆ। ਕਿਸਾਂ ਅੱਜ ਸੇਵਾ ਸਿਮਰਨ ਸਤਿਗੁਰ ਦੇ ਚਰਨਾਂ 'ਚ ਪ੍ਰਾਪਤ ਕਰਕੇ ਰੋਜ਼ਾਨਾ ਹੀ ਸਤਸੰਗ ਸੁਣਦਾ ਤੇ ਸੇਵਾ ਸਿਮਰਨ ਦਾ ਆਨੰਦ ਲੈਂਦਾ ਏ, ਸਮਾਧੀਆਂ ਲਾਉਂਦਾ ਏ। ਸਾਰਾ ਦਿਨ ਸੇਵਾ ਸਿਮਰਨ ਅੰਦਰ ਐਸਾ ਮਨ ਜੁੜਿਆ ਏ। ਤੀਸਰਾ ਵਚਨ ਕਰਦੇ ਨੇ ਅਪ ਤਨ ਕਾ ਜੂ ਕਰੀ ਵਿਚਾਰ, ਕਿਸ ਨਹੀਂ ਜਮ ਕੰਕਰ ਕਰੀ ਖੁਆਰ। ਜਿਹਨੇ ਆਪੇ ਨੂੰ ਜਾਣ ਲਿਆ ਏ ਉਹਨੂੰ ਤੇ ਪਾਤਸ਼ਾਹ ਕਹਿੰਦੇ ਨੇ ਜੈ ਸਾਧੂ ਗੋਬਿੰਦ ਭਜਨ। ਜਿੱਥੇ ਪਰਮੇਸ਼ਰ ਦੇ ਸਚਿਆਰ ਕੋਈ ਸਾਧੂ ਜਨ ਨਿਵਾਸ ਕਰਦੇ ਨੇ, ਪਰਮੇਸ਼ਰ ਦੀ ਬੰਦਗੀ ਕਰਦੇ ਨੇ, ਸਤਸੰਗ ਕਰਦੇ ਨੇ। ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਿਤ ਪਰਮੇਸ਼ਰ ਦੀ ਤੇਰੀ ਮਹਿਮਾ ਕੀਰਤਨ ਜਸ ਹੁੰਦਾ ਏ। ਨਾ ਹੁਣ ਨਹਿ ਤੂੰ ਨਹਿ ਛੁਟੈ ਨਿਕਟ ਨਾ ਜਾਇਓ ਦੂਤ। ਇਹ ਜਮਦੂਤ ਕਿਤੇ ਭੁੱਲ ਕੇ ਵੀ ਉੱਥੇ ਸਤਸੰਗੀਆਂ ਦੇ ਸਾਹਮਣੇ ਨਾ ਚਲੇ ਜਾਈ। ਜੇ ਕਿਤੇ ਤੂੰ ਚਲੇ ਗਿਆ ਐਸਾ ਫਤਵਾ ਲੱਗੇਗਾ, ਸਜ਼ਾ ਮਿਲੇਗੀ, ਨਾ ਤੂੰ ਛੁੱਟਣਾ ਏ ਤਾਂ ਮੈਨੂੰ ਵੀ ਐਸਾ ਸਜ਼ਾ ਮਿਲਣੀ ਏ, ਮੇਰੇ ਵੀ ਛੁਟਕਾਰੇ ਹੋਣ। ਇਸ ਲਈ ਸਾਹਿਬ ਵਚਨ ਕਰਦੇ ਨੇ ਅਪ ਤਨ ਕਾਜੂ ਕਰੀ ਵਿਚਾਰ, ਤਿਸ ਨਹੀਂ ਜਮ ਕੰਕਰ ਕਰੀ ਖੁਆਰ। ਜਿਨ੍ਹਾਂ ਨੇ ਆਪੇ ਦੀ ਖੋਜ ਕਰ, ਕਿਉਂਕਿ ਇਹ ਸਰੀਰ ਸਭ ਧਰਮ ਹੈ। ਜਿਸ ਵਿੱਚ ਸੱਚੇ ਕੀ ਵਿੱਚ ਜੋਤ, ਉਹ ਜਰਤਨ ਵਿੱਚ ਲੁਕ ਰਹਿ। ਕੋਈ ਗੁਰਮੁਖ ਸੇਵਕ ਕੱਢੇ ਕੋ, ਗੁਰੂ ਮੁਖ ਜਿਹਦਾ ਗੁਰੂ ਦੇ ਮੁਖ ਭਾਵ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ। ਉੱਥੇ ਪਾਤਸ਼ਾਹ ਕਹਿੰਦੇ ਨੇ ਧੰਨ ਧੰਨ ਸੂ ਗੁਰ ਸਿੱਖ ਕਹੀਏ, ਜੋ ਸਤਿਗੁਰ ਚਰਣੀ ਜਾਈ ਪਿਆ।
ਧੰਨ ਧੰਨ ਸੋ ਗੁਰ ਸਿੱਖੀ ਜਿਨ ਹਰ ਨਾਮਾ ਮੁਖ ਰਾਮ ਕਹਿਆ। ਸਤਿਗੁਰ ਦੀ ਸੰਗਤ ਵਿੱਚ ਜਾ ਕੇ ਮੁਖ ਤੋਂ ਗੁਰੂ ਦਾ ਸ਼ਬਦ ਜਪਣਾ ਸ਼ੁਰੂ। ਧੰਨ ਧੰਨ ਸੋ ਗੁਰ ਸਿੱਖੀ ਹਰ ਨਾਮਾ ਮੁਖ ਰਾਮ ਕਹਿਆ। ਧੰਨ ਧੰਨ ਸੋ ਗੁਰ ਸਿੱਖੀ ਜਿਸ ਹਰ ਨਾਮ ਸੁਣੇ ਮਨ ਆਨੰਦ ਪਿਆ। ਸੇਵਾ ਸਿਮਰਨ ਵਿੱਚ ਰਹਿ ਕਰਕੇ ਸਤਿਗੁਰ ਦੀ ਮਹਿਮਾ, ਪਰਮ ਪਿਤਾ ਪਰਮੇਸ਼ਰ ਦੀ ਮਹਿਮਾ ਕੀਰਤ ਸੁਣ ਕੇ ਆਨੰਦ ਲੈਂਦਾ। ਇਹ ਦਿਨ 24 ਘੰਟੇ ਆਨੰਦ ਵਿੱਚ ਰਹਿੰਦਾ, ਰਸ ਵਿੱਚ ਰਹਿੰਦਾ। ਧੰਨ ਧੰਨ ਸੋ ਗੁਰ ਸਿੱਖੀ ਜਿਸ ਹਰ ਨਾਮ ਸੁਣੈ ਮਨ ਆਨੰਦ ਪਿਆ। ਅੱਗੇ ਪਾਤਸ਼ਾਹ ਬਚਨ ਕਰਦੇ ਨੇ, ਧੰਨ ਧੰਨ ਸੋ ਗੁਰ ਸਿੱਖੀ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਐਸੇ ਗੁਰਸਿੱਖ ਨੂੰ ਕਹਿੰਦੇ ਧੰਨ ਧੰਨ ਕਹਿਣਾ ਚਾਹੀਦਾ ਏ, ਜਿਨ ਸੇਵਾ ਸਿਮਰਨ ਕਰਕੇ ਸਤਿਗੁਰ ਦੇ ਚਰਨਾਂ ਵਿੱਚੋਂ ਸ਼ਬਦ ਦੀ ਦਾਤ, ਸਿਮਰਨ ਦੀ ਦਾਤ ਪ੍ਰਾਪਤ। ਅੱਗੇ ਪਾਤਸ਼ਾਹ ਬਚਨ ਕਰਦੇ ਨੇ, ਤਿਸ ਗੁਰਸਿੱਖ ਕਹੋ ਸਦਾ ਨਮਸਕਾਰੀ ਜੋ ਗੁਰ ਕੀ ਭਾਣੇ ਗੁਰਸਿੱਖ ਚਲਿਆ। ਐਸੇ ਗੁਰਸਿੱਖ ਨੂੰ ਕਹਿੰਦੇ ਨਮਸਕਾਰ ਕਰਦੇ ਆ ਜਿਹੜਾ ਭਾਣੇ ਨੂੰ ਮੰਨ ਕੇ ਤੇ ਸਤਿਗੁਰ ਦੀ ਸਾਸੰਗ ਦੀ ਮਿਹਰਾਂ ਦਾ ਪਾਤਰ ਬਣਦਾ। ਤੇ ਅੱਜ ਸਤਿਗੁਰੂ ਬਚਨ ਕਰਦੇ ਨੇ, ਅਬ ਤਨ ਕਾਜੂ ਕਰੀ ਵਿਚਾਰ ਤਿਸ ਨਹੀਂ ਜਮ ਕੰਕਰ ਕਰੀ ਖੁਆਰ। ਕਿ ਜਿਹਨੇ ਆਪਣੇ ਆਪ ਨੂੰ ਖੋਜ ਲਿਆ ਹੈ ਨਾ, ਪਾਤਸ਼ਾਹ ਕਹਿੰਦੇ ਜਮ ਕੰਕਰ ਉਹਨੂੰ ਖੁਆਰ ਨਹੀਂ ਕਰਦਾ। ਉੱਥੇ ਦੀ ਪਾਤਸ਼ਾਹ ਕਹਿੰਦੇ ਨੇ, ਜਾ ਕੈ ਹਰ ਸਾ ਠਾਕੁਰ ਭਾਈ। ਜਿਨ੍ਹਾਂ ਦੀ ਕਹਿੰਦੇ ਪਰਮੇਸ਼ਰ ਦਾ ਗੁਰੂ ਸਤਿਗੁਰੂ ਦਾਸ ਮਹਾਰਾਜ ਚਰਨਾਂ ਵਿੱਚ ਥਾਂ ਮਿਲੀ ਆ, ਮੁਕਤ ਅਨੰਤ ਪੁਕਾਰਨ ਜਾਈ। ਮੁਕਤੀ ਦਰਵਾਜ਼ੇ ਤੇ ਆ ਕੇ ਪੁੱਛਦੀ ਆ, ਸਤਿਗੁਰੂ ਦਾਸ ਜੀ ਦੀ ਤੁਸੀਂ ਸਤਸੰਗੀ ਆ, ਉਹਨਾਂ ਦੀ ਚਰਨਾਂ ਵਿੱਚ ਸੰਗਤ ਕਰਦੇ ਆ, ਸਾਨੂੰ ਆਗਿਆ ਦਿਓ ਅਸੀਂ ਵੀ ਤੁਹਾਡੇ ਚਰਨਾਂ ਵਿੱਚ ਨਮਸਕਾਰ ਕਰਕੇ ਆਪਣੀ ਸਤਿਗੁਰ ਦੀ ਬਖਸ਼ੀ, ਪਰਮ ਪਿਤਾ ਪਰਮੇਸ਼ਰ ਦੀ ਬਖਸ਼ੀ ਮੁਕਤੀ ਦੀ ਸੇਵਾ ਨੂੰ ਸ਼ੁੱਧਤੀ ਸਫਲਤਾ ਸਹਿਤ ਨਿਭਾ ਸਕੀਏਗਾ ਜੀ। ਕੀ ਆਖੂ ਸਤਿਨਾਮ ਸ੍ਰੀ। ਜਾ ਕੈ ਹਰ ਸਾ ਠਾਕੁਰ ਭਾਈ ਮੁਕਤ ਅਨੰਤ ਪੁਕਾਰਨ ਜਾਈ। ਉੱਥੇ ਵੀ ਸਾਹਿਬ ਬਚਨ ਕਰਦੇ ਨੇ, ਜਾ ਕਾ ਠਾਕੁਰ ਉੱਚਾ ਹੋਏ ਸੋ ਜਨ ਭਰ ਕਰ ਜਾਤ ਨ ਸੂਈ। ਜਿਹਨਾਂ ਦਾ ਆਪਣਾ ਹੀ ਰੱਬ ਪਰਮੇਸ਼ਰ ਦਾ ਸਰੂਪ ਸਤਿਗੁਰੂ ਦਾਸ ਜੀ ਮਹਾਰਾਜ ਹੋਵੇ, ਅਸੀਂ ਉਹਦੀ ਔਲਾਦ ਕਹਾਉਂਦੇ ਹੋਏ ਇੱਧਰ ਉੱਧਰ ਘੁੰਮਦੇ ਫਿਰੀਏ, ਹੋਰੇ ਦਰਵਾਜ਼ੇ ਲੱਭਦੇ ਫਿਰੀਏ, ਤੇ ਪਾਤਸ਼ਾਹ ਕਹਿੰਦੇ ਸੋਹਣੇ ਨਹੀਂ ਲੱਗਦੇ। ਘਰ ਦੀ ਜਾਇਦਾਦ ਹੋਵੇ, ਸਾਸੰਗ ਦੀ ਪਿਤਾ ਨੇ ਮਿਹਨਤ ਕਰਕੇ ਪੜ੍ਹਾਇਆ ਹੋਵੇ, ਤੇ ਸਾਰੀ ਜੀਵਨ ਪਰਿਵਾਰ ਲਈ ਲਾਏ ਹੋਏ, ਪਰਿਵਾਰ ਗੁਆਂਢੀਆਂ ਦੁਆਲੇ ਪਿੱਛੇ ਲੱਗਾ ਫਿਰੇ, ਤੇ ਗੱਲ ਨਹੀਂ ਬਣਦੀ। ਕਹਿੰਦੇ ਬੇਅਕਲ ਹੀ ਹੈ। ਇਸ ਲਈ ਪਾਤਸ਼ਾਹ ਕਹਿੰਦੇ ਨੇ, ਅਬ ਤਨ ਕਾਜੂ ਕਰੀ ਵਿਚਾਰ ਤਿਸ ਨਹੀਂ ਜਮ ਕੰਕਰ ਕਰੀ ਖੁਆਰ। ਪੁੱਤਰ ਕਲਤਰ ਕਾ ਕਰੀ ਅਹੰਕਾਰ। ਮਾਇਆ ਜਦੋਂ ਪ੍ਰਾਪਤ ਹੁੰਦੀ ਹੈ, ਮਾਇਆ ਜਦੋਂ ਆਪਣੀ ਆਪਣਾ ਰੰਗ ਦਿਖਾਉਂਦੀ ਹੈ ਨਾ, ਤੇ ਕਹਿੰਦੇ ਆ ਮੇਰੀ ਤਾਂ ਘਰ ਵਾਲੀ ਬੜੀ ਸਿਆਣੀ, ਜੋ ਕਹੂਗੀ ਮੈਨੂੰ ਮਨਜ਼ੂਰ। ਤੇ ਸੱਸ ਜੀ ਪੁੱਤਰ ਕਲਤਰ, ਜੇ ਮੇਰੇ ਧੀਆਂ ਪੁੱਤਰ ਨੇ ਉਹਨਾਂ ਵਰਗਾ ਤਾਂ ਹੋਰ ਹੈ ਹੀ ਕੋਈ ਨਹੀਂ। ਧੀਆਂ ਪੁੱਤਰਾਂ ਪਤਨੀ ਦਾ ਅਹੰਕਾਰ। ਪੁੱਤਰ ਕਲਤਰ ਕਾ ਕਰੀ ਅਹੰਕਾਰ ਠਾਕੁਰ ਲੀਖਾ ਮੰਗਣ ਹਾਰ।